ਹੈਲੋ ਡੀਅਰ ਸਟੂਡੈਂਟਸ। ਅੱਜ ਆਪਾਂ ਪੰਜਾਬੀ ਗ੍ਰਾਮਰ ਦਾ ਅਗਲਾ ਟੌਪਿਕ ਕਿਰਿਆ ਵਿਸ਼ੇਸ਼ਣ ਸ਼ੁਰੂ ਕਰਾਂਗੇ। ਸਾਰਿਆਂ ਨਾਲੋਂ ਪਹਿਲਾਂ ਆਪਾਂ ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ। ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਹੈ ਜੀ, ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲੇ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਇੱਕ ਹੋਰ ਪਰਿਭਾਸ਼ਾ ਲਵਾਂਗੇ, ਜਿਹੜੇ ਸ਼ਬਦ ਕਿਰਿਆ ਜਾਂ ਵਿਸ਼ੇਸ਼ਣ ਜਾਂ ਕਿਰਿਆ ਵਿਸ਼ੇਸ਼ਣ ਦੀ ਵਿਸ਼ੇਸ਼ਤਾ ਦੱਸਣ ਉਹਨਾਂ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਰਾਮ ਬਹੁਤ ਤੇਜ਼ ਦੌੜਦਾ ਹੈ। ਦੌੜਨਾ ਇਹਦੇ ਵਿੱਚ ਕਿਰਿਆ ਹੈ, ਜਿਹੜਾ ਤੇਜ਼ ਹੈ ਇਹ ਉਹਦੀ ਵਿਸ਼ੇਸ਼ਤਾ ਹੈ। ਰਾਮ ਬਹੁਤ ਤੇਜ਼ ਦੌੜਦਾ ਹੈ, ਦੌੜਨਾ ਉਹਦੀ ਕਿਰਿਆ ਹੈ, ਅਤੇ ਜਿਹੜਾ ਬਹੁਤ ਸ਼ਬਦ ਹੈ ਉਹ ਉਹਦੀ ਵਿਸ਼ੇਸ਼ਤਾ ਦੱਸ ਰਿਹਾ ਵੀ ਦੌੜਦਾ ਹੈ ਪਰ ਉਹ ਬਹੁਤ ਤੇਜ਼ ਦੌੜਦਾ ਹੈ। ਇਸੇ ਤਰ੍ਹਾਂ ਤੂੰ ਚੱਲ ਮੈਂ ਹੁਣੇ ਆਇਆ, ਜਿਹੜਾ ਹੁਣੇ ਸ਼ਬਦ ਹੈ, ਹੁਣੇ ਸ਼ਬਦ ਕਾਲਵਾਚਕ ਕਿਰਿਆ ਵਿਸ਼ੇਸ਼ਣ ਨਾਲ ਸੰਬੰਧਿਤ ਹੈ। ਇਹ ਸੀਸੇ ਦਾ ਬਰਤਨ ਹੈ, ਇਸ ਨੂੰ ਹੌਲੀ ਰੱਖੋ। ਹੁਣ ਹੌਲੀ ਸ਼ਬਦ ਹੈ ਜਿਹੜਾ ਇਹ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਦਾ ਉਦਾਹਰਨ ਹੈ। ਹੁਣ ਕਿਰਿਆ ਦੀ ਪਰਿਭਾਸ਼ਾ ਕੀ ਸੀ? ਜਿਹੜੇ ਸ਼ਬਦ ਸਾਨੂੰ ਕਿਰਿਆ ਜਾਂ ਵਿਸ਼ੇਸ਼ਣ ਜਾਂ ਕਿਰਿਆ ਵਿਸ਼ੇਸ਼ਣ ਦੀ ਵਿਸ਼ੇਸ਼ਤਾ ਦੱਸਣ ਉਹਨਾਂ ਨੂੰ ਆਪਾਂ ਕੀ ਆਖਾਂਗੇ? ਕਿਰਿਆ ਵਿਸ਼ੇਸ਼ਣ। ਕਿਰਿਆ ਵਿਸ਼ੇਸ਼ਣ 8 ਪ੍ਰਕਾਰ ਦੀ ਹੁੰਦੀ ਹੈ। ਪਹਿਲਾ ਹੈ ਕਾਲਵਾਚਕ ਕਿਰਿਆ ਵਿਸ਼ੇਸ਼ਣ, ਦੂਜਾ ਹੈ ਸਥਾਨਵਾਚਕ ਕਿਰਿਆ ਵਿਸ਼ੇਸ਼ਣ, ਤੀਜਾ ਹੈ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ, ਚੌਥਾ ਹੈ ਕਾਰਣਵਾਚਕ ਕਿਰਿਆ ਵਿਸ਼ੇਸ਼ਣ, ਪੰਜਵਾਂ ਹੈ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ, ਛੇਵਾਂ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ, ਸੱਤਵਾਂ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ, ਅੱਠਵਾਂ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ। ਹੁਣ ਆਪਾਂ ਸਾਰਿਆਂ ਨਾਲੋਂ ਪਹਿਲਾਂ ਕਾਲਵਾਚਕ ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਅਤੇ ਉਦਾਹਰਨ ਦੇਖਾਂਗੇ। ਪਹਿਲਾ ਹੈ ਕਾਲਵਾਚਕ ਕਿਰਿਆ ਵਿਸ਼ੇਸ਼ਣ। ਜਿਸ ਸ਼ਬਦ ਜਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਸਮੇਂ ਦਾ ਪਤਾ ਲੱਗਦਾ ਹੈ ਉਸ ਨੂੰ ਆਪਾਂ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਹਾਂਗੇ। ਕਾਲ ਦਾ ਭਾਵ ਹੈ ਸਮਾਂ, ਵੀ ਕਿਸ ਸਮੇਂ। ਸਮਾਂ ਜਿਵੇਂ ਉਦਾਹਰਨ ਦਿੱਤਾ ਹੈ ਅੱਜ ਕੱਲ੍ਹ, ਪਰਸੋਂ, ਹੁਣੇ, ਤੁਰੰਤ, ਉਪਰੰਤ, ਭਲਕੇ, ਸਵੇਰੇ, ਰਾਤੀ, 5 ਵਜੇ, 6 ਵਜੇ, ਐਤਵਾਰ। ਕੋਈ ਵੀ ਸਮਾਂ ਦਿੱਤਾ ਹੋਵੇ ਉਹ ਆਪਣੀ ਕਾਲਵਾਚਕ ਕਿਰਿਆ ਵਿਸ਼ੇਸ਼ਣ ਦੇ ਵਿੱਚ ਆਊਗਾ। ਜਿਵੇਂ ਅੱਜ ਮੇਰਾ ਪੇਪਰ ਹੈ, ਜਿਹੜਾ ਅੱਜ ਸ਼ਬਦ ਹੈ ਉਹ ਸਮੇਂ ਦਾ ਹੈ। ਉਹ ਕੁਵੇਲੇ ਆਇਆ, ਕੁਵੇਲਾ ਵੀ ਇੱਕ ਸਮੇਂ ਦਾ ਸੂਚਕ ਸ਼ਬਦ ਹੈ। ਜਦੋਂ ਅਸੀਂ ਆਏ ਉਹ ਚਲਾ ਗਿਆ ਸੀ, ਜਦੋਂ ਅਸੀਂ ਆਏ ਉਹ ਚਲਾ ਗਿਆ ਸੀ, ਇਹ ਵੀ ਸਮੇਂ ਦੇ ਦੱਸਿਆ ਗਿਆ ਵੀ ਜਿਸ ਸਮੇਂ ਉਹ ਪਹੁੰਚਿਆ ਉਦੋਂ ਉਹ ਚਲਾ ਗਿਆ ਸੀ। ਦੂਜਾ ਹੈ ਜੀ ਸਥਾਨਵਾਚਕ ਕਿਰਿਆ ਵਿਸ਼ੇਸ਼ਣ। ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਦੇ ਸਥਾਨ ਦਾ ਪਤਾ ਲੱਗਦਾ ਹੈ। ਆਪਣਾ ਹੈਡਿੰਗ ਕੀ ਸੀ? ਸਥਾਨ। ਸਥਾਨ ਦੇ ਬਾਰੇ ਪਤਾ ਲੱਗਦਾ ਹੈ, ਉਸ ਨੂੰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਅੰਦਰ, ਬਾਹਰ, ਇੱਧਰ, ਉੱਧਰ, ਸੱਜੇ, ਖੱਬੇ, ਨੇੜੇ, ਦੂਰ, ਉੱਤੇ, ਥੱਲੇ। ਇਹ ਸਾਰੇ ਕੀ ਹੈ? ਸਥਾਨਵਾਚਕ ਕਿਰਿਆ ਵਿਸ਼ੇਸ਼ਣ ਦੇ ਉਦਾਹਰਨ ਹਨ। ਜਿਵੇਂ ਉਹ ਬਾਹਰ ਖੜ੍ਹੇ ਹਨ, ਉਹ ਸ਼ਬਦ ਹੈ ਬਾਹਰ ਹੈ, ਖੜ੍ਹੇ ਹਨ। ਬਾਹਰ ਕੀ ਹੈ? ਇੱਕ ਸਥਾਨ ਦੱਸਦਾ ਹੈ ਵੀ ਖੜ੍ਹੇ ਹੈ ਕਿੱਥੇ, ਅੰਦਰ ਜਾਂ ਬਾਹਰ। ਤੁਸੀਂ ਦੂਰ ਕਿਉਂ ਖੜ੍ਹੇ ਹੋ? ਨੇੜੇ, ਦੂਰ। ਇਹ ਸਾਰੇ ਸ਼ਬਦ ਕੀ ਹੈ? ਸਥਾਨਵਾਚਕ ਕਿਰਿਆ ਵਿਸ਼ੇਸ਼ਣ ਦੇ ਉਦਾਹਰਨ ਹਨ। ਅਗਲਾ ਹੈ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ। ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਦਾ ਢੰਗ ਜਾਂ ਤਰੀਕਾ, ਪ੍ਰਕਾਰ ਪਤਾ ਲੱਗੇ ਉਸ ਨੂੰ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਹੌਲੀ, ਤੇਜ਼, ਇਵੇਂ, ਕਿਵੇਂ, ਰੁਕ ਕੇ, ਇਸ ਤਰ੍ਹਾਂ। ਇਹ ਸਾਰੇ ਜਿਹੜੇ ਸ਼ਬਦ ਹਨ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਦੇ ਉਦਾਹਰਨ ਹਨ। ਜਿਵੇਂ ਉਦਾਹਰਨ ਲਵਾਂਗੇ, ਰਾਜੂ ਤੇਜ਼ ਤੇਜ਼ ਤੁਰਦਾ ਹੈ। ਉਹਦਾ ਪ੍ਰਕਾਰ ਕੀ ਹੈ ਤੁਰਨ ਦਾ?
ਤੇਜ਼ ਤੇਜ਼। ਜੇ ਆਪਾਂ ਕਹੀਏ ਰਾਜੂ ਹੌਲੀ ਹੌਲੀ ਤਾਂ ਪ੍ਰਕਾਰ ਕੀ ਹੋ ਗਿਆ? ਹੌਲੀ ਹੌਲੀ, ਰੁਕ ਰੁਕ ਕੇ। ਇਹ ਸਾਰੇ ਜਿਹੜੇ ਸ਼ਬਦ ਹਨ ਇਹ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਦੇ ਉਦਾਹਰਣ ਹਨ। ਅਗਲਾ ਹੈ ਕਾਰਣਵਾਚਕ ਕਿਰਿਆ ਵਿਸ਼ੇਸ਼ਣ। ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਦਾ ਕਾਲ, ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਜਾਂ ਨਾ ਹੋਣ, ਜਾਂ ਕਿਤੇ ਜਾਣ ਜਾਂ ਕਿਤੇ ਨਾ ਜਾਣ ਦਾ ਪਤਾ ਲੱਗੇ, ਉਸ ਨੂੰ ਆਪਾਂ ਕਾਰਨ ਵਾਚਕ ਕਿਰਿਆ ਵਿਸ਼ੇਸ਼ਣ ਕਹਾਂਗੇ। ਜਿਵੇਂ ਇਸ ਕਰਕੇ, ਤਾਂ ਹੀ, ਸੋ, ਕਿਉਂਕਿ, ਇਹ ਸਾਰੇ ਸ਼ਬਦ ਕੀ ਹੈ? ਕਾਰਣਵਾਚਕ। ਹੁਣ ਉਦਾਹਰਨ ਦੇ ਤੌਰ 'ਤੇ ਲਵਾਂਗੇ, ਮੈਂ ਸਕੂਲ ਨਹੀਂ ਆਇਆ ਕਿਉਂਕਿ ਮੈਂ ਬਿਮਾਰ ਸੀ। ਜਿਹੜਾ ਕਿਉਂਕਿ ਸ਼ਬਦ ਆਇਆ ਹੈ ਇਹ ਕਾਰਨ ਦੱਸ ਰਿਹਾ ਹੈ। ਉਸ ਤੋਂ ਬਾਅਦ ਆਪਾਂ ਕੀ ਲਿਖਤਾ? ਕਾਰਨ। ਕਾਰਨ ਕੀ ਸੀ? ਉਹ ਕਹਿੰਦਾ ਹੈ ਮੈਂ ਬਿਮਾਰ ਸੀ। ਤੁਸੀਂ ਲੇਟ ਹੋ ਗਏ ਇਸ ਕਰਕੇ ਬੱਸ ਨਿਕਲ ਗਈ। ਕਾਰਨ ਕੀ ਸੀ? ਲੇਟ ਹੋਣਾ। ਉਹ ਦੱਸਿਆ ਇਸ ਸ਼ਬਦ ਲਈ, ਇਸ ਲਈ ਜਿਹੜੀ ਬੱਸ ਹੈ ਉਹ ਨਿਕਲ ਗਈ। ਇਹ ਸੀ ਆਪਣਾ ਕਾਰਨਵਾਚਕ ਕਿਰਿਆ ਵਿਸ਼ੇਸ਼ਣ। ਹੁਣ ਹੈ ਪਰਿਮਾਣਵਾਚਕ ਜਾਂ ਮਿਣਤੀਵਾਚਕ। ਪਰਿਮਾਣਵਾਚਕ ਵਿਸ਼ੇਸ਼ਣ ਹੈ ਜੀ ਜਿਸ ਸ਼ਬਦ ਤੋਂ ਕਿਰਿਆ ਦੇ ਪਰਿਮਾਣ, ਮਿਣਤੀ ਜਾਂ ਮਿਕਦਾਰ ਦਾ ਪਤਾ ਲੱਗੇ, ਉਸ ਨੂੰ ਆਪਾਂ ਪਰਿਮਾਣਵਾਚਕ ਜਾਂ ਮਿਣਤੀਵਾਚਕ ਕਿਰਿਆ ਵਿਸ਼ੇਸ਼ਣ ਕਹਾਂਗੇ। ਜਿਵੇਂ ਥੋੜ੍ਹਾ, ਬਹੁਤਾ, ਇੰਨਾ, ਕੁਝ, ਘੱਟ, ਜਿੰਨਾ, ਕਿੰਨਾ, ਇੰਨਾ ਆਦਿ। ਇਹ ਸਾਰੇ ਸ਼ਬਦ ਕੀ ਹੈ? ਪਰਿਮਾਣਵਾਚਕ, ਮਿਣਤੀਵਾਚਕ। ਮੈਨੂੰ ਘੱਟ ਮਿੱਠੇ ਵਾਲੀ ਚਾਹ ਦਿਓ। ਹੁਣ ਉਹਦਾ ਪਰਿਮਾਪ ਕੀ ਹੈ? ਉਹਦੀ ਮਿਣਤੀ ਕੀ ਹੈ? ਵੀ ਮਿੱਠਾ ਕੀ ਪਾਉਣਾ ਹੈ? ਘੱਟ। ਤੁਹਾਨੂੰ ਥੋੜ੍ਹਾ ਦੁੱਧ ਚਾਹੀਦਾ ਹੈ। ਥੋੜ੍ਹਾ ਸ਼ਬਦ ਕੀ ਹੈ? ਮਿਣਤੀਵਾਚਕ ਹੈ, ਪਰਿਮਾਣਵਾਚਕ ਹੈ। ਇਸ ਡੱਬੇ ਵਿੱਚ ਕਿੰਨਾ ਘਿਓ ਹੈ। ਜਿਹੜਾ ਕਿੰਨਾ ਸ਼ਬਦ ਹੈ ਇਹ ਮਿਣਤੀਵਾਚਕ ਕਿਰਿਆ ਵਿਸ਼ੇਸ਼ਣ ਜਾਂ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ ਦਾ ਉਦਾਹਰਨ ਹੈ। ਅਗਲਾ ਹੈ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ। ਜਿਹੜੇ ਸ਼ਬਦਾਂ ਤੋਂ ਕਿਰਿਆ ਦੀ ਗਿਣਤੀ, ਵਾਰੀ ਅਰਥਾਤ ਦੁਹਰਾਓ ਦਾ ਪਤਾ ਲੱਗੇ, ਉਸ ਨੂੰ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਇੱਕ ਵਾਰ, ਕਈ ਵਾਰ, ਦੁਬਾਰਾ, ਇੱਕ ਇੱਕ, ਦੋ ਦੋ, ਕਦੀ ਕਤਾਈਂ, ਘੜੀ ਮੁੜੀ, ਵਾਰ ਵਾਰ। ਇਹ ਸਾਰੇ ਸ਼ਬਦ ਕੀ ਹਨ? ਸੰਖਿਆਵਾਚਕ ਕਹਿ ਸਕਦੇ ਹਾਂ, ਗਿਣਤੀਵਾਚਕ ਵੀ ਕਹਿ ਸਕਦੇ ਹਾਂ। ਸੰਖਿਆ ਜਾਂ ਗਿਣਤੀਵਾਚਕ ਕਿਰਿਆ ਵਿਸ਼ੇਸ਼ਣ ਦੇ ਉਦਾਹਰਨ ਹਨ। ਜਿਵੇਂ ਉਦਾਹਰਨ ਲਵਾਂਗੇ ਇਹਦੇ, ਉਹ ਕਈ ਵਾਰ ਵਿਦੇਸ਼ ਜਾ ਚੁੱਕਾ ਹੈ। ਕਈ ਵਾਰ ਕੀ ਹੈ? ਸੰਖਿਆ, ਵੀ ਉਹਦੀ ਕੋਈ ਗਿਣਤੀ ਨਹੀਂ, 5 ਵਾਰ, 10 ਵਾਰ। ਤੁਸੀਂ ਘੜੀ ਮੁੜੀ ਗਲਤੀ ਕਰਦੇ ਹੋ। ਘੜੀ ਮੁੜੀ ਸ਼ਬਦ ਕੀ ਹੈ? ਸੰਖਿਆਵਾਚਕ। ਉਹ ਕਦੀ ਕਤਾਈਂ ਚਰਨ ਪਾਉਂਦਾ ਹੈ, ਭਾਵ ਕਦੀ ਕਤਾਈਂ ਉਹ ਆਉਂਦਾ ਹੈ। ਇਹ ਸੀ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ। ਸੱਤਵਾਂ ਹੈ ਆਪਣਾ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ। ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ, ਕਿਤੇ ਜਾਣ ਜਾਂ ਨਾ ਜਾਣ ਬਾਰੇ ਨਿਰਣੇ ਦੇ ਰੂਪ ਵਿੱਚ ਕੋਈ ਸੂਚਨਾ ਮਿਲੇ, ਉਸ ਨੂੰ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਉਦਾਹਰਨ ਲਵਾਂਗੇ, ਹਾਂਜੀ, ਨਹੀਂ ਜੀ, ਠੀਕ, ਹਾਂ, ਨਾ, ਬਹੁਤ ਅੱਛਾ, ਜ਼ਰੂਰ, ਆਹੋ। ਇਹ ਸਾਰੇ ਸ਼ਬਦ ਕੀ ਹਨ? ਨਿਰਣਾਵਾਚਕ ਹਨ। ਜਿਵੇਂ ਮੈਂ ਤੁਹਾਨੂੰ ਨਹੀਂ ਜਾਣਦਾ। ਉਹਨੇ ਨਿਰਣਾ ਕੀ ਕੀਤਾ? ਮੈਂ ਤੁਹਾਨੂੰ ਨਹੀਂ ਜਾਣਦਾ। ਤੁਸੀਂ ਜ਼ਰੂਰ ਸਾਡੇ ਘਰ ਆਉਣਾ ਹੈ। ਹਾਂ, ਹਾਂਜੀ, ਉਹ ਆਏਗਾ। ਇਹ ਜਿਹੜੇ ਸ਼ਬਦ ਹਨ ਇਹ ਨਿਰਣਾ ਕਰਾਉਂਦੇ ਹਨ। ਜਿਨ੍ਹਾਂ ਸ਼ਬਦਾਂ ਤੋਂ ਨਿਰਣਾ ਹੋਣ ਜਾਂ ਨਾ ਹੋਣ ਦੇ ਬਾਰੇ ਆਪਾਂ ਨੂੰ ਪਤਾ ਲੱਗਦਾ ਹੈ, ਉਹਨਾਂ ਨੂੰ ਆਪਾਂ ਨਿਰਣੈਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਾਂ। ਲਾਸਟ ਹੈ ਜੀ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ। ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਜਿਸ ਸ਼ਬਦ ਤੋਂ ਕਿਰਿਆ ਬਾਰੇ ਨਿਸ਼ਚੇ ਦੇ ਭਾਵ ਪ੍ਰਗਟ ਹੋਣ। ਜਿਸ ਕਿਰਿਆ ਤੋਂ ਨਿਸ਼ਚੇ ਦੇ ਭਾਵ ਪ੍ਰਗਟ ਹੋਣ, ਉਸ ਨੂੰ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜ਼ਰੂਰ, ਹਾਂ,
ਹਾਂਜੀ, ਬੇਸ਼ੱਕ, ਅੱਛਾ, ਬਿਲਕੁਲ, ਠੀਕ, ਖੂਬ, ਇਹ ਸਾਰੇ ਸ਼ਬਦ ਕੀ ਹਨ? ਨਿਸ਼ਚੈਵਾਚਕ ਹਨ, ਜਿਨ੍ਹਾਂ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਇਹ ਨਿਸ਼ਚਿਤ ਹਨ। ਤੁਸੀਂ ਬੇਸ਼ੱਕ ਆ ਸਕਦੇ ਹੋ, ਉਹ ਵੀ ਖਿਡਾਰੀ ਹੈ, ਨਿਸ਼ਚਿਤ ਹੈ। ਮੈਂ ਬਿਲਕੁਲ ਨਹੀਂ ਜਾਣਦਾ ਤੁਸੀਂ ਕੌਣ ਹੋ। ਉਹ ਸ਼ਬਦ, ਜਿਸ ਸ਼ਬਦ ਤੋਂ ਕਿਰਿਆ ਬਾਰੇ ਨਿਸ਼ਚਿਤ ਭਾਵ ਪ੍ਰਗਟ ਹੋਵੇ, ਉਹਨਾਂ ਨੂੰ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਇਹ ਸੀ ਆਪਣੀ ਕਿਰਿਆ ਵਿਸ਼ੇਸ਼ਣ ਦੇ 8 ਭਾਗ, ਜਿਹਨੂੰ ਆਪਾਂ ਨੋਟ ਕਰਨਾ ਹੈ ਅਤੇ ਯਾਦ ਕਰਨਾ ਹੈ, ਸਮਝਣਾ ਹੈ। ਧੰਨਵਾਦ।